जून महीने के शुरुआती दिन सानू चेते कराते हैं जून 1984 में श्री दरबार साहब उत्ते हुए फौजी हमले के दुखांत में 37 साल बीत चुके हैं। इस दुखांत बारे उन्होंने दिनों दी घटनावां बारे बहुत सारे प्रोग्राम बनते रहते हैं, बहुत सारे लेख छपे ने, पर अज के इस वीडियो में असीं तुहानूं जून 1984 में दरबार साहब उत्ते हुए फौजी हमले साका नीला तारा संबंधी एक वखरा नज़रिया और कुछ वखरे पहलू दस्सण की कोशिश करांगे। सो जरूर वेखो अज का एक खास प्रोग्राम। सब तो पहला एक काम करिए, कुछ देर लिए शांत मन हो के अखां बंद करके जां जिवें भी ठीक लगता श्री दरबार साहब बारे सोचिए किहो जिहा अक्स साडे मन विच बनदा है। सारिਆਂ ਦੇ दिमाग विच यही विचार आउणगे, वो स्थान जिथे सारी दुनिया मत्था टेकण आउंदी है, दूरों दूरों लोग मत्था टेकण आउंदे ने, जिथों के 4 दरवाजे सारिਆਂ ਲਈ खुले ने, कोई किसी भी धर्म जात का होवे, किसी भी मजहब का होवे, किसी भी पिठ भूमि का होवे, सारिਆਂ ਲਈ दरवाजे खुले ने। ਵੱਡੇ ਵੱਡੇ राजे, ਵੱਡੇ ਵੱਡੇ लीडर, प्रधानमंत्री, राष्ट्रपति, कलाकार, फिल्मकार, अदाकार, VIP लोग इत्थे आके मत्था टेकते हैं, नतमस्तक हुंदे ने अते एक गल सारे कहिंदे ने कि इहो जिहा सुकून अते इहो जी मानसिक शांति उन्होंने दुनिया च किते होर नहीं मिलती। सो रूहानीयत के केंद्र श्री दरबार साहब बारे सोच के ही दरबार साहब की तस्वीर दिमाग च आउंदे ही सिर अदब दे नाल सत्कार दे नाल अपने आप झुक जाता है। हुण इसे स्थान उत्ते, इसे पवित्र स्थान उत्ते जिथे सारी दुनिया सीस झुकाउंदी है, सारी दुनिया मान सत्कार करती है, 37 साल पहला जून 1984 विच एक फौज ने टैंकां ते मारू हथियारां दे नाल हमला किया ਅਤੇ ਇਸੇ ਹਮਲੇ ਨੂੰ ਨਾਂ ਦਿੱਤਾ ਗਿਆ ਸੀ ਸਾਕਾ ਨੀਲਾ ਤਾਰਾ, ਆਪਰੇਸ਼ਨ ਬਲੂ ਸਟਾਰ 1984। ਇਹ ਦੁਨੀਆ ਦੀ ਇਕਲੌਤੀ ਐਸੀ ਮਿਸਾਲ ਹੈ ਕਿ ਜਿੱਥੇ ਇੱਕ ਦੇਸ਼ ਦੇ ਧਾਰਮਿਕ ਸਥਾਨ ਉੱਤੇ ਉਸੇ ਹੀ ਦੇਸ਼ ਦੀ ਫੌਜ ਨੇ ਇਸ ਢੰਗ ਨਾਲ ਇੰਨੇ ਵੱਡੇ ਪੱਧਰ ਉੱਤੇ ਹਮਲਾ ਕੀਤਾ ਹੋਵੇ। ਸਾਕਾ ਨੀਲਾ ਤਾਰਾ ਦੇ ਇਸ ਹਮਲੇ ਪਿੱਛੇ ਜੋ ਵੀ ਕਾਰਨ ਦੱਸੇ ਗਏ ਹੋਣ, ਜੋ ਵੀ ਗੱਲਾਂ ਦੱਸੀਆਂ ਗਈਆਂ ਹੋਣ, ਇਹ ਸਭ ਦੇ ਬਾਵਜੂਦ ਇੱਕ ਬਹੁਤ ਵੱਡਾ ਸਵਾਲ ਅਜਿਹਾ ਹੈ ਜਿਹਦਾ ਜਵਾਬ ਅੱਜ ਤਾਈਂ ਕਿਸੇ ਨੇ ਨਹੀਂ ਦਿੱਤਾ ਕਿ ਜੂਨ 1984 ਦੀ ਕਾਰਵਾਈ ਕਰਨ ਵੇਲੇ ਗੁਰਪੁਰਬ ਵਾਲੇ ਦਿਨਾਂ ਨੂੰ ਹੀ ਕਿਉਂ ਚੁਣਿਆ ਗਿਆ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਿਸੇ ਵੀ ਗੁਰੂ ਦਾ ਜਾਂ ਕੋਈ ਵੀ ਇਤਿਹਾਸਕ ਦਿਹਾੜਾ ਹੋਵੇ, ਗੁਰਪੁਰਬ ਹੋਵੇ ਤਾਂ ਸੰਗਤ ਆਮ ਨਾਲੋਂ ਵੀ ਜ਼ਿਆਦਾ ਹੁੰਦੀ ਹੈ, ਲੋਕਾਂ ਦਾ ਇਕੱਠ ਜ਼ਿਆਦਾ ਹੁੰਦਾ ਹੈ। ਇਸੇ ਤਰ੍ਹਾਂ ਜੂਨ 1984 ਦੇ ਪਹਿਲੇ ਹਫ਼ਤੇ ਵੀ ਉੱਥੇ ਸੰਗਤਾਂ ਦਾ ਇਕੱਠ ਜ਼ਿਆਦਾ ਸੀ ਕਿਉਂਕਿ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਉਹਨਾਂ ਦਿਨਾਂ ਦੌਰਾਨ ਆ ਰਿਹਾ ਸੀ, ਇਸ ਕਰਕੇ ਸੰਗਤਾਂ ਦੀ ਗਿਣਤੀ ਜ਼ਿਆਦਾ ਸੀ। ਗੁਰਪੁਰਬ ਵਾਲੇ ਦਿਨ ਵੀ ਅਤੇ ਗੁਰਪੁਰਬ ਤੋਂ ਪਹਿਲਾਂ ਅਤੇ ਬਾਅਦ ਵਾਲੇ ਦਿਨਾਂ ਵਿੱਚ ਵੀ ਉਹਨਾਂ ਦਿਨਾਂ ਦੌਰਾਨ ਸੰਗਤ ਆਮ ਤੌਰ 'ਤੇ ਉੱਥੇ ਜ਼ਿਆਦਾ ਹੁੰਦੀ ਹੈ ਅਤੇ ਜਿਸ ਵੇਲੇ ਇਹ ਹਮਲਾ ਕੀਤਾ ਗਿਆ ਉਹਨਾਂ ਦਿਨਾਂ ਦੌਰਾਨ ਵੀ ਸੰਗਤ ਦੀ ਆਮਦ ਜ਼ਿਆਦਾ ਸੀ। ਸੋ ਕੀ ਅਜਿਹੀ ਐਮਰਜੈਂਸੀ ਸੀ, ਕੀ ਅਜਿਹੀ ਫੌਰੀ ਲੋੜ ਸੀ ਕਿ ਉੱਥੇ ਹਮਲਾ ਉਹਨਾਂ ਦਿਨਾਂ ਦੌਰਾਨ ਹੀ ਕੀਤਾ ਗਿਆ? ਇਹਦਾ ਜਵਾਬ ਅੱਜ ਤਾਈਂ ਕਿਸੇ ਨੇ ਨਹੀਂ ਦਿੱਤਾ। ਸਾਕਾ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੀ ਕਾਰਵਾਈ ਜਿਨ੍ਹਾਂ ਦੇ ਖਿਲਾਫ ਕੀਤੀ ਗਈ ਉਹਨਾਂ ਤੋਂ ਇਲਾਵਾ ਕਿੰਨੇ ਹੋਰ ਨਿਰਦੋਸ਼ ਲੋਕ ਮਾਰੇ ਗਏ। ਆਮ ਸੰਗਤਾਂ ਜੋ ਉੱਥੇ ਮੱਥਾ ਟੇਕਣ ਗਈਆਂ ਸੀ, ਸ਼ਰਧਾਲੂ ਜਿਨ੍ਹਾਂ ਵਿੱਚ ਔਰਤਾਂ, ਬੱਚੇ, ਬਜ਼ੁਰਗ, ਜਵਾਨ, ਹਰ ਕਿਸਮ ਦੇ ਲੋਕ, ਨਿਰਦੋਸ਼ ਲੋਕ ਵੀ ਮਾਰੇ ਗਏ। ਉਹਨਾਂ ਦੀ ਗਿਣਤੀ ਅੱਜ ਤੱਕ ਨਹੀਂ ਹੋ ਸਕੀ। ਅਣਗਿਣਤ ਲੋਕਾਂ ਦੀ ਜਾਨ ਉਹਨਾਂ ਦਿਨਾਂ ਦੌਰਾਨ ਗਈ। ਟੈਂਕਾਂ, ਰੌਕਟ ਲਾਂਚਰਾਂ, ਮਾਰੂ ਹਥਿਆਰਾਂ, ਬੰਦੂਕਾਂ, ਇਹੋ ਜਿਹਾ ਹਮਲਾ ਉਸ ਵੇਲੇ ਕੀਤਾ ਜਾਂਦਾ ਜਦੋਂ ਕਿ ਬਹੁਤ ਵੱਡੀ ਐਮਰਜੈਂਸੀ ਹੋਵੇ, ਜਦੋਂ ਦੰਗੇ ਫਸਾਦ ਹੋ ਰਹੇ ਨੇ, ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋਵੇ, ਉਸ ਵੇਲੇ ਇਹੋ ਜਿਹਾ ਕਦਮ ਚੁੱਕਿਆ ਜਾਂਦਾ। ਪਰ ਉਹਨਾਂ ਦਿਨਾਂ ਦੌਰਾਨ ਅੰਮ੍ਰਿਤਸਰ ਸ਼ਹਿਰ ਵਿੱਚ ਨਾ ਤਾਂ ਕੋਈ ਦੰਗਾ ਫਸਾਦ ਹੋ ਰਿਹਾ ਸੀ, ਦੇਸ਼ ਨੂੰ ਕਿਹੜਾ ਅਜਿਹਾ ਖਤਰਾ ਦਰਪੇਸ਼ ਸੀ ਇਹਦੇ ਬਾਰੇ ਅੱਜ ਤੱਕ ਨਹੀਂ ਦੱਸਿਆ ਗਿਆ। ਉਹਨਾਂ ਦਿਨਾਂ ਦੌਰਾਨ ਤਾਂ ਅੰਮ੍ਰਿਤਸਰ ਵਿੱਚ ਕੋਈ ਦੰਗਾ ਫਸਾਦ ਕਤਲੇਆਮ ਨਹੀਂ ਹੋਇਆ, ਪਰ ਜੂਨ 1984 ਦੀਆਂ ਘਟਨਾਵਾਂ ਤੋਂ ਬਾਅਦ ਲਗਾਤਾਰ ਦੰਗੇ ਫਸਾਦ ਕਤਲੇਆਮ ਹੋਏ ਨੇ, ਇਹ ਸਾਰੀ ਦੁਨੀਆ ਜਾਣਦੀ ਹੈ। ਜੂਨ 1984 ਦੇ ਦਰਬਾਰ ਸਾਹਿਬ ਉੱਤੇ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਬਣੀ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਬਹੁਤ ਸਾਰਾ ਸਮਾਨ, ਕੀਮਤੀ ਖਰੜੇ, ਇਤਿਹਾਸਕ ਕਿਤਾਬਾਂ ਅਤੇ ਹੋਰ ਦਸਤਾਵੇਜ਼, ਕਿਹਾ ਜਾਂਦਾ ਕਿ ਭਾਰਤੀ ਫੌਜ ਹਮਲੇ ਉਪਰੰਤ ਇਹ ਸਾਰਾ ਸਮਾਨ ਲੈ ਗਈ ਸੀ, ਪਰ ਅੱਜ ਤੱਕ ਇਹਦਾ ਕੋਈ ਥਹੁ ਪਤਾ ਨਹੀਂ ਲੱਗਾ। ਜੂਨ 1984 ਦੇ ਦਰਬਾਰ ਸਾਹਿਬ ਉੱਤੇ ਹਮਲੇ ਦੌਰਾਨ ਉੱਥੇ ਹੀ ਬਹੁਤ ਦੁੱਖ ਦੀ ਗੱਲ ਇਹ ਵੀ ਸੀ ਕਿ ਉੱਥੇ ਡਿਊਟੀ ਕਰ ਰਹੇ ਰਾਗੀ ਸਾਹਿਬਾਨ, ਗ੍ਰੰਥੀ ਸਾਹਿਬਾਨ ਅਤੇ ਸਟਾਫ ਮੈਂਬਰ, ਸੇਵਾਦਾਰਾਂ ਆਪਣੀ ਡਿਊਟੀ ਕਰਦੇ ਕਰਦੇ ਗੋਲੀਆਂ ਦੇ ਸ਼ਿਕਾਰ ਹੋਏ ਅਤੇ ਸ਼੍ਰੀ ਦਰਬਾਰ ਸਾਹਿਬ ਵਿੱਚ ਉਸ ਵੇਲੇ ਪ੍ਰਕਾਸ਼ਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਸਰੂਪ ਦੇ ਅੰਗਾਂ ਵਿੱਚ ਵੀ
ਗੋਲੀ ਲੱਗੀ ਸੀ। ਉਹੀ ਪਾਵਨ ਸਰੂਪ ਇन्हीं ਦਿਨੀ ਸੰਗਤਾਂ ਦੇ ਦਰਸ਼ਨਾਂ ਲਈ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਰੱਖਿਆ ਗਿਆ ਹੈ। ਹਮਲਾ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਉੱਤੇ ਨਹੀਂ ਬਲਕਿ ਸਾਰੇ ਕੰਪਲੈਕਸ ਵਿੱਚ ਹੋਇਆ ਤੇ ਇਸ ਦਾ ਸਬੂਤ ਇਸੇ ਪਾਵਨ ਸਰੂਪ ਤੋਂ ਮਿਲਦਾ ਹੈ। ਇੱਕ ਬਹੁਤ ਵੱਡਾ ਸਵਾਲ ਇਹ ਉੱਠਦਾ ਹੈ ਅਤੇ ਇਹਦੇ ਸੰਬੰਧੀ ਬਹੁਤ ਲੋਕੀ ਭੁਲੇਖਾ ਵੀ ਪਾਲੀ ਬੈਠੇ ਨੇ ਕਿ ਇਹਦਾ ਜ਼ਿੰਮੇਵਾਰ ਕੌਣ ਹੈ। ਸਾਰੇ ਹੀ ਜ਼ਿੰਮੇਵਾਰ ਨੇ। ਉਹਨਾਂ ਦਿਨਾਂ ਦੌਰਾਨ ਜੋ ਵੀ ਤਾਕਤ ਵਿੱਚ ਸੀ, ਜਿਹਦੇ ਕੋਲ ਵੀ ਥੋੜੀ ਬਹੁਤ ਤਾਕਤ ਸੀ, ਹਰ ਇੱਕ ਨੂੰ ਕਸੂਰਵਾਰ ਕਿਹਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਨਾਂ ਆਊਗਾ ਉਸ ਵੇਲੇ ਦੇ ਹੁਕਮਰਾਨ ਪਾਰਟੀ ਕਾਂਗਰਸ ਦਾ, ਜਿਨ੍ਹਾਂ ਦੀ ਸੈਂਟਰ ਵਿੱਚ ਸਰਕਾਰ ਸੀ ਅਤੇ ਜਿਨ੍ਹਾਂ ਦੀ ਪਾਰਟੀ ਦੀ ਪ੍ਰਧਾਨ ਮੰਤਰੀ ਦੇ ਕਹਿਣ ਉੱਤੇ ਇਹ ਸਾਰਾ ਹਮਲਾ ਕੀਤਾ ਗਿਆ। ਇਹ ਸਾਰੀ ਕਾਰਵਾਈ ਨੇਪਰੇ ਚਾੜੀ ਗਈ। ਕਸੂਰਵਾਰਾਂ ਦੀ ਸੂਚੀ ਵਿੱਚ ਸਭ ਤੋਂ ਪਹਿਲਾਂ ਨਾਂ ਕਾਂਗਰਸ ਪਾਰਟੀ ਦਾ ਹੀ ਆਉਣਾ ਹੈ। ਕਾਂਗਰਸ ਪਾਰਟੀ ਉਸ ਵੇਲੇ ਪਾਵਰ ਵਿੱਚ ਸੀ ਅਤੇ ਪਾਰਲੀਮੈਂਟ ਵਿੱਚ ਇਹਨਾਂ ਦੀ ਆਪੋਜੀਸ਼ਨ ਪਾਰਟੀ ਬੀਜੇਪੀ, ਵਿਰੋਧੀ ਧਿਰ ਵਾਲੀ ਪਾਰਟੀ ਬੀਜੇਪੀ ਸੀ। ਬੀਜੇਪੀ ਦੇ ਪ੍ਰਮੁੱਖ ਆਗੂ, ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਜੀਵਨ ਬਾਰੇ ਲਿਖੀ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਦੇ ਪੇਜ ਨੰਬਰ 430 ਉੱਪਰ ਖੁਦ ਇਹ ਗੱਲ ਮੰਨੀ ਹੋਈ ਹੈ ਕਿ ਇੰਦਰਾ ਗਾਂਧੀ ਦੇ ਮਨ ਵਿੱਚ ਇਸ ਹਮਲੇ ਨੂੰ ਨੇਪਰੇ ਚਾੜਨ ਸੰਬੰਧੀ ਸ਼ੰਕਾ ਸੀ। ਉਹ ਦੁਬਿਧਾ ਵਿੱਚ ਸੀ, ਪਰ ਉਹਨਾਂ ਦੀ ਪਾਰਟੀ ਨੇ ਤੇ ਉਹਨਾਂ ਦੇ ਆਗੂਆਂ ਨੇ ਲਗਾਤਾਰ ਇੰਦਰਾ ਗਾਂਧੀ ਨੂੰ ਇਸ ਲਈ ਪ੍ਰੇਰਿਆ ਕਿ ਇਹ ਕੰਮ ਕੀਤਾ ਜਾਣਾ ਚਾਹੀਦਾ ਹੈ। ਫੌਜ ਦਰਬਾਰ ਸਾਹਿਬ ਅਤੇ ਪੰਜਾਬ ਵਿੱਚ ਭੇਜੀ ਜਾਣੀ ਚਾਹੀਦੀ ਹੈ ਅਤੇ ਹਮਲੇ ਉਪਰੰਤ ਬੀਜੇਪੀ ਦੇ ਆਗੂਆਂ ਨੇ, ਲਾਲ ਕ੍ਰਿਸ਼ਨ ਅਡਵਾਨੀ ਅਤੇ ਅਟਲ ਬਿਹਾਰੀ ਵਾਜਪੇਈ ਸਮੇਤ ਬੀਜੇਪੀ ਦੇ ਹੀ ਸੀਨੀਅਰ ਆਗੂਆਂ ਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਵੀ ਦਿੱਤਾ ਸੀ। ਇੱਥੋਂ ਸਪਸ਼ਟ ਹੋ ਜਾਂਦਾ ਕਿ ਕਾਂਗਰਸ ਪਾਰਟੀ ਨਾਲ ਉੱਦਾਂ ਬੀਜੇਪੀ ਦੀ ਬਣਦੀ ਨਹੀਂ, ਕਦੀ ਵੀ ਨਹੀਂ ਬਣੀ, ਪਰ ਇਸ ਮੁੱਦੇ ਉੱਤੇ ਵਿਰੋਧੀ ਪਾਰਟੀ ਹੋਣ ਦੇ ਬਾਵਜੂਦ ਦੋਵਾਂ ਦੀ ਰਾਏ ਇਕੱਠੀ ਸੀ। ਦੋਵੇਂ ਇਸ ਮਾਮਲੇ ਵਿੱਚ ਸਹਿਮਤ ਸਨ। ਨਹੀਂ ਤਾਂ ਆਮ ਤੌਰ ਤੇ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਕਿ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦਾ ਕੰਮ ਹੁੰਦਾ ਸਰਕਾਰ ਨੂੰ ਰੋਕਣਾ ਟੋਕਣਾ। ਜੇ ਉਹਨਾਂ ਨੂੰ ਲੱਗਦਾ ਕਿ ਸਰਕਾਰ ਕੋਈ ਗਲਤ ਕੰਮ ਕਰ ਰਹੀ ਹੈ ਤਾਂ ਵਿਰੋਧੀ ਪਾਰਟੀ ਹੱਲਾ ਮਚਾਉਂਦੀ ਹੈ ਉਸ ਗੱਲ ਤੇ, ਸਰਕਾਰ ਨੂੰ ਘੇਰਦੀ ਹੈ, ਰੋਕਦੀ ਹੈ। ਪਰ ਇਸ ਮੁੱਦੇ ਉੱਤੇ ਕਿਸੇ ਵੀ ਪਾਰਟੀ ਨੇ ਰੌਲਾ ਨਹੀਂ ਪਾਇਆ। ਸਿਰਫ ਕਾਂਗਰਸ ਅਤੇ ਬੀਜੇਪੀ ਹੀ ਨਹੀਂ, ਖੱਬੇ ਪੱਖੀ ਪਾਰਟੀਆਂ ਜਿਨ੍ਹਾਂ ਨੂੰ ਕਾਮਰੇਡ ਧਿਰਾਂ ਵੀ ਕਹਿ ਦਿੰਦੇ ਆ, ਖੇਤਰੀ ਪਾਰਟੀਆਂ ਅਤੇ ਪੰਜਾਬ ਦੀਆਂ ਕਹਿੰਦੀਆਂ ਕਹਾਉਂਦੀਆਂ ਪੰਥਕ ਧਿਰਾਂ, ਉਹਨਾਂ ਦਾ ਵੀ ਇਸ ਸੰਬੰਧੀ ਰੋਲ ਸਾਰਥਕ ਨਹੀਂ ਸੀ। ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਭਾਰਤ ਦੇਸ਼ ਦੇ ਇਤਿਹਾਸ ਵਿੱਚ, ਸਿਆਸਤ ਦੇ ਇਤਿਹਾਸ ਵਿੱਚ ਸੰਨ 1984 ਦਾ ਸਮਾਂ ਉਹ ਪਹਿਲਾ ਮੌਕਾ ਸੀ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਇੱਕ ਮੁੱਦੇ ਉੱਤੇ ਸਹਿਮਤ ਸੀ। ਨਹੀਂ ਤਾਂ ਪੋਲੀਟੀਕਲ ਪਾਰਟੀਆਂ ਦੇ ਵਿਚਾਰ ਆਪਸ 'ਚ ਮਿਲਦੇ ਨਹੀਂ ਹੁੰਦੇ, ਪਰ ਇਸ ਮੁੱਦੇ ਉੱਤੇ ਦਰਬਾਰ ਸਾਹਿਬ ਉੱਤੇ ਹਮਲਾ ਕਰਦੀ ਇਸ ਕਾਰਵਾਈ ਸੰਬੰਧੀ ਇੰਜ ਲੱਗਦਾ ਸੀ ਕਿ ਸਾਰੀਆਂ ਪਾਰਟੀਆਂ ਸਹਿਮਤ ਸੀ। ਹੋਰ ਸੁਣ ਲਓ, ਉਸ ਵੇਲੇ ਦੌਰਾਨ ਵੱਡੇ ਵੱਡੇ ਧਾਰਮਿਕ ਆਗੂ, ਸਮਾਜ ਸੇਵੀ, ਸਮਾਜ ਸੁਧਾਰਕ, ਹੱਕ ਸੱਚ ਦੀ ਗੱਲ ਕਰਨ ਵਾਲੇ ਉਹਨਾਂ ਦਿਨਾਂ ਦੌਰਾਨ ਚੁੱਪ ਧਾਰੀ ਬੈਠੇ ਸੀ, ਮੌਨ ਧਾਰੀ ਹੋਈ ਸੀ ਅਤੇ ਉਹਨਾਂ ਵਿੱਚੋਂ ਜੋ ਅੱਜ ਜ਼ਿੰਦਾ ਨੇ ਉਹਨਾਂ ਨੇ ਵੀ ਹਾਲੇ ਤੱਕ ਵੀ ਮੌਨ ਧਾਰੀ ਹੋਈ ਹੈ। ਉਸ ਘਟਨਾ ਦਾ ਅੱਜ ਤੱਕ ਵੀ ਵਿਰੋਧ ਨਹੀਂ ਕੀਤਾ, ਅਫਸੋਸ ਦੇ ਜਾਂ ਨਿੰਦਿਆ ਦੇ ਦੋ ਲਫ਼ਜ਼ ਨਹੀਂ ਬੋਲੇ। ਦੇਸ਼ ਦਾ ਮੀਡੀਆ ਇਸ ਵੇਲੇ ਗੋਦੀ ਮੀਡੀਆ ਹੈ ਜੋ ਸਰਕਾਰੀ ਬੋਲੀ ਬੋਲਦਾ ਹੈ। ਉਹਨਾਂ ਦਿਨਾਂ ਦੌਰਾਨ ਗੋਦੀ ਮੀਡੀਆ ਦਾ ਹਲੇ ਨਹੀਂ ਸੀ ਜੰਮਿਆ, ਪਰ ਜਿੰਨਾ ਵੀ ਭਾਰਤੀ ਮੀਡੀਆ ਉਸ ਵੇਲੇ ਸੀਗਾ, ਭਾਵੇਂ ਛੋਟਾ ਹੀ ਸੀ, ਸੈਂਸਰਸ਼ਿਪ ਵੀ ਮੀਡੀਆ ਉੱਪਰ ਲੱਗੀ ਹੋਈ ਸੀ, ਪਰ ਜਿੰਨਾ ਕੁ ਮੀਡੀਆ ਚੱਲਦਾ ਸੀ ਉਹ ਵੀ ਸਰਕਾਰੀ ਜ਼ਬਾਨ ਹੀ ਬੋਲਦਾ ਸੀ। ਸੋ ਉਹਨਾਂ ਦਿਨਾਂ ਦੀਆਂ ਅਸਲ ਘਟਨਾਵਾਂ ਦੀ ਰਿਪੋਰਟਿੰਗ ਵਿਦੇਸ਼ੀ ਮੀਡੀਆ ਨੇ ਕੀਤੀ, ਜੋ ਵਿਦੇਸ਼ੀ ਪੱਤਰਕਾਰ ਉਸ ਵੇਲੇ ਪੰਜਾਬ ਵਿੱਚ ਸਨ ਜਾਂ ਇੰਡੀਆ ਵਿੱਚ ਸਨ। ਉਹਨਾਂ ਵੱਲੋਂ ਕੀਤੀ ਰਿਪੋਰਟਿੰਗ ਦੇ ਆਧਾਰ ਉੱਤੇ ਹੀ ਕੁਝ ਘਟਨਾਵਾਂ ਦੀ ਅਸਲੀਅਤ ਦਾ ਪਤਾ ਲੱਗਦਾ ਹੈ। ਅਤੇ ਸਭ ਤੋਂ ਵੱਡੀ ਗੱਲ, ਦੇਸ਼ ਦੀ ਜਨਤਾ, ਦੇਸ਼ ਦੀ ਪਬਲਿਕ ਉਸ ਵੇਲੇ ਚੁੱਪ ਸੀ। ਇੱਕ ਧਾਰਮਿਕ ਸਥਾਨ ਉੱਤੇ ਹਮਲਾ ਹੋ ਰਿਹਾ ਸੀ ਅਤੇ ਦੇਸ਼ ਦੀ ਜਨਤਾ ਨੇ ਉਸ ਸੰਬੰਧੀ ਕੋਈ ਪ੍ਰਤੀਕਰਮ ਨਹੀਂ ਦਿੱਤਾ। ਸਗੋਂ ਇਸ ਤੋਂ ਬਾਅਦ ਜੋ ਇਲੈਕਸ਼ਨ ਹੋਈਆਂ, ਦੇਸ਼ ਦੀ ਜਨਤਾ ਨੇ ਉਸ ਪਾਰਟੀ ਨੂੰ ਵੱਡੇ ਫਰਕ ਨਾਲ ਜਿਤਾਇਆ ਜਿਹਨੇ ਇਹ ਹਮਲਾ ਨੇਪਰੇ ਚਾੜਿਆ ਸੀ। ਸੋ ਇੱਥੋਂ ਪਤਾ ਲੱਗ ਜਾਂਦਾ ਕਿ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ਵੀ ਉਸ ਵੇਲੇ ਕਿਹੋ ਜਿਹੀ ਸੀ ਅਤੇ ਇਹੀ ਮਾਨਸਿਕ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਨਜ਼ਰ ਆਉਂਦੀ ਹੈ। ਜ਼ੁਲਮ ਵੇਖ ਕੇ ਚੁੱਪ ਰਹਿਣਾ ਜ਼ੁਲਮ ਦਾ ਹਿੱਸੇਦਾਰ ਬਣਨ ਬਰਾਬਰ ਹੀ ਹੁੰਦਾ ਹੈ ਅਤੇ ਇਹ ਗੱਲ ਉਹਨਾਂ ਦਿਨਾਂ ਦੌਰਾਨ ਭਾਰਤ ਦੇਸ਼ ਦੀ ਪਬਲਿਕ ਦੇ ਉੱਪਰ ਵੀ ਲਾਗੂ ਹੁੰਦੀ ਹੈ ਜੋ ਇਹ ਸਾਰਾ ਕੁਝ ਵੇਖ ਕੇ ਵੀ ਚੁੱਪ ਰਹੀ। ਇੱਕ ਗੱਲ ਇਹ ਵੀ ਵਾਰ-ਵਾਰ ਕਹੀ ਜਾਂਦੀ ਹੈ ਕਿ ਬੀਤੇ ਦਿਨਾਂ ਦੀਆਂ ਗੱਲਾਂ, ਕੌੜੀਆਂ ਯਾਦਾਂ ਨੂੰ ਭੁੱਲ ਜਾਣਾ ਚਾਹੀਦਾ ਹੈ, ਇਹਨਾਂ ਗੱਲਾਂ ਨੂੰ ਚੇਤੇ ਨਹੀਂ ਕਰਨਾ ਚਾਹੀਦਾ। ਦਰਅਸਲ ਇੱਕ ਸੋਚ ਹੈ, ਇੱਕ ਕੋਸ਼ਿਸ਼ ਹੈ ਕਿ ਇਸ ਮੰਦਭਾਗੀ ਘਟਨਾ ਨੂੰ ਲੋਕਾਂ ਦੇ ਜ਼ਿਹਨ ਵਿੱਚੋਂ ਮਿਟਾ ਦਿੱਤਾ ਜਾਵੇ ਜਾਂ ਇਹਦੇ ਬਾਰੇ ਲੋਕੀ ਸੋਚਣਾ ਛੱਡ ਦੇਣ। ਪਰ ਜਦੋਂ ਲੋਕੀ ਇਹ ਕਹਿੰਦੇ ਨੇ ਕਿ ਇਹ ਘਟਨਾ ਨੂੰ ਭੁੱਲ ਜਾਓ ਤਾਂ ਉਹਨਾਂ ਨੂੰ ਇਹ ਚੇਤੇ ਕਰਾਉਣਾ ਚਾਹੀਦਾ ਹੈ ਕਿ ਸਾਡੇ ਦੇਸ਼ ਵਿੱਚ ਜਲਿਆਂਵਾਲੇ ਬਾਗ ਨੂੰ, ਉਹੀ ਜਲਿਆਂਵਾਲਾ ਬਾਗ ਜਿਹੜਾ ਦਰਬਾਰ ਸਾਹਿਬ ਤੋਂ ਥੋੜ੍ਹੀ ਵਿੱਥ 'ਤੇ ਹੀ ਹੈ, ਉੱਥੇ ਜੋ ਘਟਨਾ ਵਾਪਰੀ ਸੀ ਉਹਨੂੰ ਹਰ ਸਾਲ ਚੇਤੇ ਕੀਤਾ ਜਾਂਦਾ ਹੈ। ਬਕਾਇਦਾ ਉਹਦੀ ਯਾਦਗਾਰ ਬਣਾਈ ਗਈ ਹੈ, ਉੱਥੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਵੀ ਬਰਕਰਾਰ ਰੱਖੇ ਗਏ ਆ। ਫਰਕ ਸਿਰਫ ਇੰਨਾ ਹੈ ਕਿ ਉੱਥੇ ਹਮਲਾਵਰ ਇੱਕ ਅੰਗਰੇਜ਼ ਸੀ
ਜਨਰਲ ਡਾਇਰ ਨੇ ਗੋਲੀਆਂ ਚਲਾਈਆਂ ਸੀ। ਅੰਗਰੇਜ਼ਾਂ ਨੂੰ ਭੰਡਣ ਦੇ ਲਈ ਜਲਿਆਂਵਾਲੇ ਬਾਗ ਦੀ ਯਾਦਗਾਰ ਨੂੰ ਤਾਂ ਬੜਾ ਸੰਭਾਲਿਆ ਗਿਆ। ਉਹਦੀ ਹਰ ਸਾਲ ਗੱਲ ਵੀ ਹੁੰਦੀ ਹੈ ਕਿ ਨਵੀਂ ਪੀੜ੍ਹੀ ਨੂੰ ਵਿਖਾਇਆ ਜਾ ਰਿਹਾ, ਪਰ ਦਰਬਾਰ ਸਾਹਿਬ ਵਿੱਚ ਜੋ ਘਟਨਾ ਵਾਪਰੀ ਉਹਦੇ ਸਬੂਤ ਬਹੁਤ ਵੱਡੇ ਪੱਧਰ ਉੱਤੇ ਮਿਟਾਏ ਗਏ, ਘਟਾਏ ਗਏ ਅਤੇ ਹੁਣ ਇਸ ਘਟਨਾ ਨੂੰ ਹੀ ਲੋਕਾਂ ਦੇ ਜ਼ਿਹਨ ਵਿੱਚੋਂ ਲਾਂਭੇ ਕਰਨ ਦੀ ਕੋਸ਼ਿਸ਼ ਲਗਾਤਾਰ ਹੋ ਰਹੀ ਹੈ। ਇਹੀ ਕਾਰਨ ਹੈ ਕਿ ਸਾਡੇ ਦੇਸ਼ ਵਿੱਚ ਇਸ ਵੱਡੀ ਘਟਨਾ ਦਾ ਕੋਈ ਜ਼ਿਕਰ ਤੱਕ ਨਹੀਂ ਹੁੰਦਾ। ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਵਿੱਚ ਸ਼ਾਇਦ ਹੀ ਇਸ ਘਟਨਾ ਬਾਰੇ ਲੋਕੀ ਗੱਲ ਕਰਦੇ ਹੋਣ ਜਾਂ ਉਹਨਾਂ ਨੂੰ ਜਾਣਕਾਰੀ ਹੋਵੇ। ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਲੋਕ, ਸਿੱਖ ਕੌਮ ਦਾ ਆਪਣਾ ਇੱਕ ਵੱਡਾ ਹਿੱਸਾ ਵੀ ਇਸ ਘਟਨਾ ਨੂੰ ਭੁੱਲ ਚੁੱਕਾ ਹੈ, ਬੁਰੀ ਤਰ੍ਹਾਂ ਭੁੱਲ ਚੁੱਕਾ ਹੈ। 37 ਸਾਲਾਂ ਵਿੱਚ ਹੀ ਭੁੱਲ ਗਿਆ। ਤੁਸੀਂ ਆਪਣੇ ਆਸ-ਪਾਸ ਨਜ਼ਰ ਫੇਰ ਕੇ ਵੇਖ ਲਓ, ਕਿੰਨੇ ਕੁ ਲੋਕੀ ਇਸ ਘਟਨਾ ਪ੍ਰਤੀ ਜਾਗਰੂਕ ਨੇ, ਉਹਨਾਂ ਨੂੰ ਇਹਦੇ ਬਾਰੇ ਪਤਾ ਹੈ ਜਾਂ ਨੂੰ ਚੇਤੇ ਕਰਦੇ ਨੇ। ਇਨੀ ਦਿਨੀ ਪੰਜਾਬ ਦਾ ਮਾਹੌਲ ਵੇਖ ਲਓ। ਅਗਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਤਿਆਰੀਆਂ ਹੋ ਰਹੀਆਂ ਨੇ। ਸਿਆਸਤ ਪੂਰੀ ਜ਼ੋਰਾਂ ਤੇ ਹੈ। ਭੰਗੜੇ ਪਾਏ ਜਾ ਰਹੇ ਨੇ, ਟਿਕਟੌਕ ਉੱਤੇ ਨੱਚਣ ਟੱਪਣ ਦੇ ਵੀਡੀਓ ਚੱਲ ਰਹੇ ਨੇ, ਹਾਸੇ ਮਜ਼ਾਕ ਹੋ ਰਹੇ ਨੇ। ਕਈ ਥਾਈਂ ਸਿਆਸੀ ਆਗੂਆਂ ਦੇ ਚੇਲਿਆਂ ਵੱਲੋਂ ਲੱਡੂ ਵੰਡੇ ਜਾ ਰਹੇ ਨੇ। ਤੇ ਇੱਕ ਬਹੁਤ ਵੱਡੀ ਕਹਾਵਤ ਇਸ ਮੌਕੇ ਢੁੱਕਦੀ ਹੈ, ਸਾਰਿਆਂ ਨੇ ਸੁਣੀ ਵੀ ਹੋਣੀ ਹੈ ਕਿ ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਇਤਿਹਾਸ ਬਣ ਜਾਂਦੀਆਂ ਨੇ। ਇਹ ਗੱਲਾਂ ਕਿਹੜੇ ਪਾਸਿਓਂ ਸੋਭਦੀਆਂ ਨੇ? ਇਹਨਾਂ ਦਿਨਾਂ ਦੌਰਾਨ, ਜੂਨ ਦੇ ਪਹਿਲੇ ਹਫ਼ਤੇ ਦੌਰਾਨ ਪਿੰਡਾਂ ਵਿੱਚ ਹਾਲੇ ਵੀ ਅਜਿਹੇ ਲੋਕ ਮੌਜੂਦ ਨੇ ਜਿਨ੍ਹਾਂ ਨੇ ਇਸ ਘਟਨਾ ਨੂੰ ਨੇੜਿਓਂ ਤੱਕਿਆ, ਜ਼ੁਲਮ ਆਪਣੇ ਪਿੰਡੇ ਉੱਤੇ ਹੰਢਾਇਆ, ਆਪਣੇ ਪਰਿਵਾਰਕ ਜੀ, ਆਪਣੇ ਰਿਸ਼ਤੇਦਾਰ ਉੱਥੇ ਗਵਾਏ ਉਹਨਾਂ ਦਿਨਾਂ ਦੌਰਾਨ, ਫੌਜੀ ਹਮਲੇ ਦੌਰਾਨ। ਉਹਨਾਂ ਤੋਂ ਪੁੱਛ ਕੇ ਵੇਖੀਏ ਕਿੰਨਾ ਦਰਦ ਹੈ, ਕਿੰਨਾ ਦੁੱਖ ਹੈ, ਕਿੰਨਾ ਸੰਤਾਪ ਹੈ। ਘੱਟੋ ਘੱਟ ਇੰਨਾ ਅਸੀਂ ਕਰ ਸਕਦੇ ਹਾਂ ਕਿ ਇਸ ਘਟਨਾ ਨੂੰ ਯਾਦ ਤਾਂ ਰੱਖੀਏ, ਆਪਣੇ ਚੇਤਿਆਂ ਵਿੱਚ ਰੱਖੀਏ ਅਤੇ ਜਿੰਨੇ ਵੀ ਬਿਜ਼ੀ ਆ, ਜਿੰਨੇ ਵੀ ਰੁਝੇਵੇਂ ਆ, ਘੱਟੋ ਘੱਟ ਜੂਨ ਮਹੀਨੇ ਦਾ ਇੱਕ ਹਫ਼ਤਾ ਤਾਂ ਇਸ ਸੰਬੰਧੀ ਚੇਤਨ ਹੋਈਏ, ਜਾਣਕਾਰੀ ਹਾਸਲ ਕਰੀਏ, ਜਾਗਰੂਕ ਹੋਈਏ। ਆਓ ਇਸ ਇਤਿਹਾਸ ਤੋਂ ਸਬਕ ਲਈਏ, ਇਸ ਇਤਿਹਾਸ ਨੂੰ ਆਪਣੇ ਚੇਤਿਆਂ ਦਾ ਹਿੱਸਾ ਬਣਾਈਏ ਅਤੇ ਇਹਦੇ ਬਾਰੇ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਜ਼ਰੂਰ ਪਹੁੰਚਾਓ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ, ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਇਸ ਸਾਕੇ ਬਾਰੇ ਜ਼ਰੂਰ ਜਾਣਕਾਰੀ ਮਿਲੇ, ਕਿਉਂਕਿ ਇਹੋ ਜਿਹਾ ਸਾਕਾ ਦੁਨੀਆ ਵਿੱਚ ਕਿਤੇ ਹੋਰ ਨਹੀਂ ਹੋਇਆ।